ਰਾਜਾ ਵੜਿੰਗ ਨੇ ਅਹੁਦਾ ਸੰਭਾਲਿਆ ਪਰ ਨਵਜੋਤ ਸਿੰਘ ਸਿੱਧੂ ਸਮਾਗਮ ਦੇ ਵਿੱਚੋਂ ਨਦਾਰਦ ਰਹੇ। ਦੂਰੀਆਂ ਬਰਕਰਾਰ ਨੇ, ਜਦਕਿ ਜਾਂਦੇ ਜਾਂਦੇ ਸਿੱਧੂ ਰਾਜਾ ਵੜਿੰਗ ਦੇ 3D ਫਾਰਮੂਲੇ ਦੇ ਉੱਤੇ ਪਲਟਵਾਰ ਕਰਨਾ ਵੀ ਨਹੀਂ ਭੁੱਲੇ। ਕਹਿੰਦੇ ਨੇ ਸਿਆਸਤ ਦੇ ਵਿੱਚ ਜੋ ਦਿਖਾਈ ਦਿੰਦਾ ਹੈ ਹੁੰਦਾ ਉਸ ਤੋਂ ਬਿਲਕੁਲ ਉਲਟਾ ਹੈ। ਰਾਜਾ ਵੜਿੰਗ ਦੀ ਤਾਜਪੋਸ਼ੀ ਤੇ ਨਵਜੋਤ ਸਿੱਧੂ ਪਹੁੰਚੇ ਜ਼ਰੂਰ, ਪਰ ਸਿੱਧੂ ਨਾ ਤਾਂ ਸਮਾਗਮ 'ਚ ਸ਼ਾਮਿਲ ਹੋਏ ਅਤੇ ਨਾ ਹੀ ਰਾਜਾ ਵੜਿੰਗ ਦੇ ਕਹਿਣ ਤੇ ਸਮਾਗਮ ਵਾਲੀ ਥਾਂ ਤੇ ਗਏ। ਅੰਦਰ ਰਾਜਾ ਵੜਿੰਗ ਨੇ ਕਾਂਗਰਸ ਨੂੰ ਅਨੁਸ਼ਾਸਨ ਦਾ ਪਾਠ ਪੜਾਇਆ, 3D ਫਾਰਮੂਲਾ ਦਿੱਤਾ ਤਾਂ ਬਾਹਰ ਸਿੱਧੂ ਨੇ 3D ਫਾਰਮੂਲੇ ਤੇ ਸਵਾਲ ਚੁੱਕ ਦਿੱਤੇ। ਸਿੱਧੂ ਨੇ ਕਿਹਾ ਕਿ ਫਾਰਮੂਲਾ ਕਿਸੇ ਇੱਕ ਖੇਮੇ ਦੇ ਲਈ ਨਹੀਂ ਸਗੋਂ ਸਭ ਦੇ ਲਈ ਹੋਣਾ ਚਾਹੀਦਾ ਹੈ। ਸਿੱਧੂ ਨੇ ਅਸਿੱਧੇ ਤੌਰ ਤੇ ਚੰਨੀ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਰਾਜਾ ਦੇ ਅੱਗੇ ਰੱਖ ਦਿੱਤੀ। ਡੈਡੀਕੇਸ਼ਨ ਬਹੁਤ ਹੀ ਚੰਗੀ ਗੱਲ ਹੈ, ਕਰੋ ਜੀ ਡੈਡੀਕੇਸ਼ਨ ਆਪਣੇ ਲਈ, ਆਪਣੇ ਬਿਜ਼ਨਸ ਲਈ ਕਰਨੀ ਹੈ, ਇਹਦਾ ਡੀਮਾਰਕੇਟ ਕਰੋ ਹੈ। ਦੂਜੀ ਗੱਲ ਕੀ ਹੈ, ਸੰਵਾਦ ਬਿਲਕੁਲ ਹੋਣਾ ਚਾਹੀਦਾ। ਸੰਵਾਦ ਜਦੋਂ ਟੁੱਟਦਾ, ਸੰਪਰਕ ਜਦੋਂ ਟੁੱਟਦਾ ਤੇ ਫਿਰ ਭਾਈ ਸੰਪਰਕ ਟੁੱਟਣ ਦੇ ਨਾਲ ਸੰਦੇਹ ਪੈਦਾ ਹੁੰਦਾ ਹੈ। ਬਹੁਤ ਸਹੀ ਗੱਲ ਹੈ, ਪਰ ਡਿਸਪਲਿਨ ਕਿਸੇ ਇੱਕ ਗਰੁੱਪ ਲਈ ਨਹੀਂ ਹੋਣਾ ਚਾਹੀਦਾ। ਡਿਸਪਲਿਨ ਫਿਰ ਸਾਰਿਆਂ ਲਈ ਸੇਮ ਹੋਣਾ ਚਾਹੀਦਾ। ਹਾਲਾਂਕਿ ਸਿੱਧੂ ਦਾ ਇਹ ਬਿਆਨ ਹੁਣ ਹਾਈ ਕਮਾਨ ਤੱਕ ਜਾ ਪਹੁੰਚਿਆ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਤਲਖੀ ਦੇ ਵਿੱਚ ਨਜ਼ਰ ਆਏ ਨੇ। ਹਰੀਸ਼ ਚੌਧਰੀ ਨੇ ਕਿਹਾ ਕਿ ਇਹਨਾਂ ਬਿਆਨਾਂ ਕਾਰਨ ਹੀ ਅੱਜ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ। कोई भी व्यक्ति पार्टी से बड़ा नहीं है। इस तरह की बातें कर कर ही उन्होंने आम आदमी पार्टी को पंजाब की कमान संभालने का अवसर दिया है। ਦੱਸ ਦਈਏ ਕਿ ਰਾਜਾ ਵੜਿੰਗ ਨੇ ਅਹੁਦਾ ਸਾਂਭਣ ਸਮੇਂ ਪਾਰਟੀ ਲੀਡਰਾਂ ਨੂੰ ਕਿਹਾ ਕਿ ਡਿਸਪਲਿਨ, ਡੈਡੀਕੇਸ਼ਨ ਅਤੇ ਡਾਇਲੋਗ ਅਪਣਾਉਣਾ ਹੋਵੇਗਾ, ਜਿਸ ਤੋਂ ਬਾਅਦ ਪਾਰਟੀ 'ਚ ਤਲਖੀ ਮੁੜ ਤੋਂ ਵੱਧ ਗਈ ਹੈ। ਪਹਿਲਾਂ ਤੋਂ ਹੀ ਖਾਨਾ ਜੰਗੀ ਦੇ ਨਾਲ ਜੂਝ ਰਹੀ ਕਾਂਗਰਸ ਮੁੜ ਦੋ ਗੁੱਟਾਂ ਦੇ ਵਿੱਚ ਵੰਡੀ ਲੱਗਦੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ 'ਚ ਵੱਡੀ ਹਿਲਜੁਲ ਦੇ ਆਸਾਰ ਬਣਨ ਲੱਗੇ ਨੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਰਾਜਾ ਵੜਿੰਗ ਦੇ ਸਾਹਮਣੇ ਚੁਣੌਤੀਆਂ ਦੀ ਭਰਮਾਰ ਹੈ। ਟਾਰਗੇਟ ਬੇਸ਼ੱਕ ਉਹਨਾਂ ਨੇ 3D ਵਾਲਾ ਲਿਆ ਹੋਵੇ ਕਿ ਪਾਰਟੀ 'ਚ ਡੈਡੀਕੇਸ਼ਨ ਵਰਕਰਾਂ ਤੇ ਲੀਡਰਾਂ 'ਚ ਲੈ ਕੇ ਆਵਾਂਗੇ, ਡਿਸਿਪਲਿਨ ਲੈ ਕੇ ਆਵਾਂਗੇ, ਡਾਇਲੌਗਸ ਕਰਾਂਗੇ, ਪਰ ਇਸ ਵਿਚਾਲੇ ਚੁਣੌਤੀਆਂ ਦੀ ਵੀ ਭਰਮਾਰ ਹੈ, ਕਿਉਂਕਿ ਡਿਸਿਪਲਿਨ ਨੂੰ ਰੱਖਣਾ ਜਾਂ ਫਿਰ ਲਾਗੂ ਕਰਨਾ ਇੱਕ ਚੁਣੌਤੀ ਹੈ, ਉਸ ਤੋਂ ਬਾਅਦ ਡਾਇਲੌਗ ਯਾਨੀ ਕਿ ਸੰਵਾਦ ਕਰਨਾ ਇੱਕ ਚੁਣੌਤੀ ਹੈ, ਤੇ ਚੁਣੌਤੀ ਤਾਂ ਲਾਜ਼ਮੀ ਤੌਰ ਤੇ ਡੈਡੀਕੇਸ਼ਨ ਵੀ ਹੋਵੇਗੀ। ਹੁਣ ਡੈਡੀਕੇਸ਼ਨ ਜੋ ਸਿੱਧੂ ਕਹਿ ਰਹੇ ਸੀ ਕਿ ਖੁਦ ਦੇ ਲਈ ਹੋਵੇਗੀ, ਖੁਦ ਦੇ ਹਲਕੇ ਲਈ ਹੋਵੇਗੀ, ਖੁਦ ਦੇ ਬਿਜ਼ਨਸ ਲਈ ਹੋਵੇਗੀ ਜਾਂ ਫਿਰ ਪਾਰਟੀ ਦੇ ਲਈ ਹੋਵੇਗੀ, ਇੱਕ ਵੱਡੀ ਚੁਣੌਤੀ। ਖੈਰ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ। ਦਿਨ ਦੀ ਵੱਡੀ ਖਬਰ ਹੈ, ਕਿਸਾਨਾਂ ਦੇ ਖਿਲਾਫ ਜਾਰੀ ਵਾਰੰਟ ਸਰਕਾਰ ਨੇ ਵਾਪਸ ਲੈ ਲਏ ਨੇ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਵਾਰੰਟ ਜਾਰੀ ਨਹੀਂ ਹੋਣਗੇ। ਉਧਰ ਵਾਰੰਟ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਨੂੰ ਯਾਨੀ ਕਿ ਸਾਬਕਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਉੱਤੇ ਪ੍ਰਤਾਪ ਬਾਜਵਾ ਭੜਕ ਉੱਠੇ ਤੇ ਆਮ ਆਦਮੀ ਪਾਰਟੀ ਨੂੰ ਮੋੜਵਾਂ ਜਵਾਬ ਵੀ ਦਿੱਤਾ। ਕਰਜ਼ਾ ਨਾ ਦੇਣ ਵਾਲੇ ਕਿਸਾਨਾਂ ਤੇ ਪਹਿਲਾਂ ਸ਼ਿਕੰਜਾ ਕੱਸਿਆ ਤੇ ਜਦੋਂ ਵਿਰੋਧ ਹੋਇਆ ਤਾਂ ਸਰਕਾਰ ਨੇ ਇਹਨਾਂ ਵਾਰੰਟਾਂ ਤੋਂ ਖੁਦ ਨੂੰ ਵੱਖ ਕਰ ਲਿਆ ਕਿ ਹੁਣ ਕਿਸਾਨਾਂ ਖਿਲਾਫ ਜਾਰੀ ਵਾਰੰਟ ਵਾਪਸ ਵੀ ਲੈ ਲਏ ਗਏ ਨੇ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸਾਫ਼ ਕੀਤਾ ਕਿ ਕਿਸਾਨਾਂ ਦੇ ਖਿਲਾਫ ਵਾਰੰਟ ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ ਤੇ ਕਿਸੇ ਵੀ ਕਿਸਾਨ ਨੂੰ ਵਾਰੰਟ ਜਾਰੀ ਨਹੀਂ ਹੋਵੇਗਾ। ਅਸੀਂ ਸਪਸ਼ਟ ਕਰਦੇ ਹਾਂ, ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਾਨ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਊਗੀ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਪਾਲਿਸੀ ਬਣ ਰਹੀ ਹੈ ਤਾਂ ਕਿ ਪੰਜਾਬ ਦੇ ਕਿਸਾਨ ਨੂੰ ਇਸ ਕਰਜ਼ੇ ਤੋਂ ਕਿਵੇਂ ਕੱਢਿਆ ਜਾਵੇ ਔਰ ਇੱਕ ਅੱਛੀ ਪਾਲਿਸੀ ਬਣਾ ਕੇ ਖੇਤੀ ਨੂੰ ਲਾਹੇਵੰਦ ਕਿੱਤਾ ਕਿਵੇਂ ਬਣਾਇਆ ਜਾ ਸਕੇ ਔਰ ਕਿਸਾਨ ਦੀ ਕਿਵੇਂ ਉੱਨਤੀ ਹੋਵੇ, ਇਹਦੇ ਲਈ ਪੰਜਾਬ ਸਰਕਾਰ ਜਿਹੜੀ ਆ। ਜਦੋਂ ਕਿਸਾਨਾਂ ਨੂੰ ਵਾਰੰਟ ਜਾਰੀ ਹੋਏ ਤਾਂ ਆਪ ਨੇ ਠਿਕਰਾ ਕਾਂਗਰਸ ਸਿਰ ਹੀ ਭੰਨ ਦਿੱਤਾ ਤੇ ਹੁਣ ਅੱਗੋਂ ਕਾਂਗਰਸ ਦਾ ਵੀ ਮੋੜਵਾਂ ਜਵਾਬ ਆ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਇਹ ਨਾ ਹਜ਼ਮ ਹੋਣ ਵਾਲਾ ਤਰਕ ਹੈ, ਕਿਉਂਕਿ ਕਾਂਗਰਸ ਸਰਕਾਰ ਦੇ ਵੱਲੋਂ ਪੰਚਾਇਤਾਂ ਲਈ ਜਾਰੀ ਫੰਡ ਤਾਂ ਸਰਕਾਰ ਨੇ ਕੁਝ ਘੰਟਿਆਂ ਦੇ ਵਿੱਚ ਰੋਕ ਦਿੱਤੇ ਸਨ, ਤਾਂ ਫਿਰ ਕਿਸਾਨਾਂ ਦੇ ਖਿਲਾਫ ਵਾਰੰਟ ਰੋਕਣ ਦੇ ਵਿੱਚ 1.5 ਮਹੀਨਾ ਕਿਉਂ ਲੱਗ ਗਿਆ। ਹਰਪਾਲ ਸਿੰਘ ਚੀਮਾ ਜੀ ਇਹ ਕਹਿੰਦੇ ਕਾਂਗਰਸ ਵੇਲੇ ਦੇ ਨੇ। ਉਹ ਚੀਮਾ ਸਾਹਿਬ ਮੈਨੂੰ ਤੇ ਇਸੇ ਗੱਲੋਂ ਮੈਂ ਕਹਿਣਾ, ਇਹਨਾਂ ਨੂੰ ਇਹ ਨਹੀਂ ਪਤਾ ਸਰਕਾਰ ਹੁੰਦੀ ਕੀ ਹੈ। 1.5 ਮਹੀਨੇ ਦੇ ਤੁਸੀਂ ਸਰਕਾਰ ਚ ਆਏ ਹੋ। ਜਿਹੜੇ ਪੰਜਾਬ ਨਿਰਮਾਣ ਵਾਸਤੇ ਅਸੀਂ ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ ਪੈਸੇ ਦਿੱਤੇ, ਉਹ ਤਾਂ ਤੁਸੀਂ ਅਗਲੇ ਦਿਨ ਬੰਦ ਕਰ ਲਏ ਤੇ ਅਰੈਸਟ ਵਾਰੰਟ ਪਿਛਲੀ ਸਰਕਾਰ ਦੇ ਹੁਣ ਤੁਸੀਂ ਲਾਗੂ ਕਰਨ ਲੱਗੇ। ਦਰਅਸਲ ਖੇਤੀ ਵਿਕਾਸ ਬੈਂਕ ਨੇ ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਤੇ ਸ਼ਿਕੰਜਾ ਕੱਸਿਆ ਸੀ। ਕਈ ਕਿਸਾਨਾਂ ਨੂੰ ਵਾਰੰਟ ਵੀ ਜਾਰੀ ਕਰ ਦਿੱਤੇ ਸਨ ਤੇ ਜਲਾਲਾਬਾਦ ਦੇ ਵਿੱਚ ਇੱਕ ਕਿਸਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਜਦੋਂ ਮੁੱਦਾ ਭਖਿਆ ਤਾਂ ਸਰਕਾਰ ਨੇ ਇਹਨਾਂ ਵਾਰੰਟਾਂ ਦੇ ਲਈ ਪਿਛਲੀ ਕਾਂਗਰਸ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ।
ਤਾਂ ਕਿਸਾਨਾਂ ਨੂੰ 930 ਕਿਸਾਨਾਂ ਨੂੰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵਾਰੰਟ ਇਸ਼ੂ ਹੁੰਦੇ ਨੇ। ਇੱਕ ਕਿਸਾਨ ਬਖਸ਼ੀਸ਼ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ, ਉੱਥੇ ਕਿਸਾਨ ਜਥੇਬੰਦੀ ਪਹੁੰਚਦੀ ਹੈ ਤੇ ਉਸ ਕਿਸਾਨ ਨੂੰ ਛੁਡਵਾਇਆ ਜਾਂਦਾ ਹੈ। ਸਰਕਾਰ ਨੂੰ ਅਲਟੀਮੇਟਮ ਦਿੱਤਾ ਜਾਂਦਾ ਹੈ ਕਿ ਜੇ ਗ੍ਰਿਫਤਾਰੀਆਂ ਜਾਂ ਵਾਰੰਟ ਭੇਜੇ ਗਏ ਤਾਂ ਅਸੀਂ ਸੰਘਰਸ਼ ਕਰਾਂਗੇ। ਤੇ ਉਸ ਤੋਂ ਬਾਅਦ ਹੁਣ ਸਿਆਸਤ ਵਾਰੰਟ ਦੇ ਨਾਮ ਦੇ ਉੱਤੇ ਹੁੰਦੀ ਨਜ਼ਰ ਆਉਂਦੀ ਹੈ। ਉਧਰ ਪੰਜਾਬ ਬੀਜੇਪੀ ਦਾ ਵੀ ਬਿਆਨ ਸਾਹਮਣੇ ਆਇਆ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਤੰਗ ਨਾ ਕਰੇ। ਜਦ ਪੰਜਾਬ ਦੇ ਅੰਦਰ ਇਹਨਾਂ ਦੀ ਆਪਣੀ ਸਰਕਾਰ ਆ ਗਈ ਤੇ ਇਹਨਾਂ ਦਾ ਦੋਹਰਾ ਚਰਿੱਤਰ ਜਿਹੜਾ ਉਹ ਸਾਹਮਣੇ ਆਇਆ ਔਰ ਕਿਸਾਨਾਂ ਨੂੰ ਸੰਮਨ ਕਰਨਾ ਚਾਲੂ ਕਰਤੇ, ਇਹਦੇ ਤੋਂ ਹੀ ਪਤਾ ਚੱਲਦਾ ਹੈ ਕਿ ਆਮ ਆਦਮੀ ਪਾਰਟੀ ਕਦੀ ਵੀ ਕਿਸਾਨਾਂ ਦੀ ਹਿਤੈਸ਼ੀ ਨਹੀਂ ਰਹੀ, ਹਮੇਸ਼ਾ ਕਿਸਾਨਾਂ ਦੇ ਵਿਰੋਧ 'ਚ ਕੰਮ ਕਰਨ ਵਾਲੀ ਪਾਰਟੀ ਹੈ ਔਰ ਇਹ ਨਿੰਦਨੀय ਹੈ। ਔਰ ਸਰਕਾਰ ਨੂੰ ਇਸ ਪ੍ਰਕਾਰ ਦੇ ਕਿਸਾਨਾਂ ਨੂੰ ਤੰਗ ਕਰਨ ਦਾ, ਉਹਨਾਂ ਨੂੰ ਸੰਮਨ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਦੀ ਕਸ਼ਟਾਂ ਨੂੰ ਦੂਰ ਕਰਨ ਦੀ ਬਜਾਏ ਉਹਨਾਂ ਨੂੰ ਤੰਗ ਕਰਨ ਵਾਲੀ ਸਰਕਾਰ ਇਹ ਜਿਹੜੀ ਆਈ ਹੈ। ਖੈਰ ਕਿਸਾਨਾਂ ਦੀ ਪੰਜਾਬ ਦੇ ਵਿੱਚ ਤਾਂ ਗੱਲ ਹੋਣੀ ਹੈ, ਪਰ ਸਿਆਸਤ ਵੀ ਇਸ ਦੇ ਉੱਤੇ ਹੁੰਦੀ ਹੈ, ਪਹਿਲਾਂ ਵੀ ਹੁੰਦੀ ਹੈ ਤੇ ਹੁਣ ਵੀ ਹੁੰਦੀ ਆਈ ਹੈ। ਹੁਣ ਗੱਲ ਕਰਾਂਗੇ ਪੰਜਾਬ ਦੇ ਗਾਇਕ ਦੀ, ਸਿੱਧੂ ਮੂਸੇਵਾਲਾ ਦੀ। ਕਾਂਗਰਸੀ ਬਣੇ, ਇਲੈਕਸ਼ਨ ਲੜੇ, ਜਿੱਤੇ ਨਹੀਂ, ਪਰ ਰਾਜਾ ਵੜਿੰਗ ਦੇ ਤਾਂ ਖਾਸਮ ਖਾਸ ਨੇ। ਰਾਜਾ ਵੜਿੰਗ ਦਾ ਸਹੁੰ ਚੁੱਕ ਜਾਂ ਕਹੀਏ ਕਿ ਤਾਜਪੋਸ਼ੀ ਸੀ ਉਹਨਾਂ ਦੀ, ਚਾਰ ਸੰਭਾਲਣ ਦਾ ਸਮਾਂ ਸੀ ਪ੍ਰਧਾਨਗੀ ਵਾਲਾ, ਤਾਂ ਉੱਥੇ ਸਿੱਧੂ ਮੂਸੇਵਾਲਾ ਵੀ ਪਹੁੰਚੇ ਹੋਏ ਸੀ ਤੇ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਮੁੱਦਾ ਨਹੀਂ। ਦਰਅਸਲ ਜੋ ਸਿਆਸੀ ਮੈਦਾਨ ਦੇ ਵਿੱਚ ਸੱਤਾ ਦੇ ਸਿਖਰ ਤੱਕ ਤਾਂ ਨਹੀਂ ਪਹੁੰਚ ਸਕੇ, ਪਰ ਗਾਇਕੀ ਦਾ ਸਫ਼ਰ ਜ਼ਰੂਰ ਜਾਰੀ ਹੈ। ਮੁੜ ਗੀਤ ਦੇ ਨਾਲ ਜੁੜੇ ਵਿਵਾਦ ਕਾਰਨ ਹੀ ਮੂਸੇਵਾਲਾ ਸੁਰਖੀਆਂ ਦੇ ਵਿੱਚ ਆਏ। ਹੁਣ ਚਰਚਾ ਦੀ ਵਜ੍ਹਾ ਮੂਸੇਵਾਲਾ ਦੇ ਖਿਲਾਫ ਪੁਰਾਣਾ ਕੇਸ ਵੀ ਬਣ ਰਿਹਾ ਹੈ। ਵਾਕਈ ਉਹ ਵੀ ਇਨਕੁਆਇਰੀ ਕਰਾ ਕੇ ਰੀਓਪਨ ਕਰਾਂਗੇ ਕੇਸ ਵੀ ਉਹਦੇ ਚ ਟਵਾਏ ਗਨ ਸੀ ਜਾਂ ਉਹ ਵਾਕਈ ਇੱਕ 47 ਸੀ ਜਿਹਦੇ ਨਾਲ ਗੋਲੀਆਂ ਚਲਾਈਆਂ ਗਈਆਂ। ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਇਹ ਬਿਆਨ 12 ਅਪ੍ਰੈਲ ਦਾ ਹੈ, ਜੋ ਜ਼ਿਕਰ ਸਿੱਧੂ ਮੂਸੇਵਾਲਾ ਖਿਲਾਫ ਕੇਸ ਦਾ ਕਰ ਰਹੇ ਨੇ। ਕੇਸ ਰੀਓਪਨ ਕਰਨ ਦੀ ਗੱਲ ਕਹਿ ਰਹੇ ਨੇ ਤੇ ਇਸੇ ਬਿਆਨ ਤੋਂ ਬਾਅਦ ਹੀ ਹੁਣ ਸਿੱਧੂ ਮੂਸੇਵਾਲਾ ਨੂੰ ਵੀ ਇਸੇ ਗੱਲ ਦਾ ਖਦਸ਼ਾ ਹੈ ਕਿ ਕੇਸ ਮੁੜ ਖੋਲ੍ਹਿਆ ਜਾ ਰਿਹਾ ਹੈ। ਹਾਲਾਂਕਿ ਇਹ ਵੀ ਕਹਿ ਰਹੇ ਨੇ ਕਿ ਜੇਕਰ ਕੇਸ ਮੁੜ ਓਪਨ ਕਰਨ ਦੇ ਨਾਲ ਪੰਜਾਬ ਦਾ ਭਲਾ ਹੁੰਦਾ ਹੈ ਤਾਂ ਫਿਰ ਕਰ ਲੈਣ। ਮੈਂ ਤਾਂ ਸ਼ੁਕਰ ਮਨਾਇਆ ਜੀ ਉਸ ਚੀਜ਼ ਦਾ। ਮੈਂ ਕਿਹਾ ਚਲੋ ਕਿਸੇ ਨੇ ਤਾਂ ਓਪਨ ਕਰਿਆ, ਉਹ 3 ਸਾਲ ਹੋ ਗਏ ਨਾ ਉਹਦਾ ਚਲਾਨ ਪੇਸ਼ ਹੋਇਆ ਨਾ ਕੁਝ ਵੀ, ਯਾਨੀ ਕਿ ਉਹ ਕਿਤੇ ਕਿਸੇ ਪਾਸੇ ਕੋਈ ਜਾ ਹੀ ਨਹੀਂ ਰਿਹਾ। ਸਿੱਧੂ ਮੂਸੇਵਾਲਾ ਦਾ ਕਹਿਣਾ ਹੈ ਕਿ ਪੰਜਾਬ ਦਾ ਮੁੱਦਾ ਮੂਸੇਵਾਲਾ ਨਹੀਂ ਹੈ, ਸੂਬੇ 'ਚ ਹੋਰ ਵੀ ਬਹੁਤ ਸਾਰੇ ਮੁੱਦੇ ਨੇ, ਉਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਚਾਹੀਦਾ ਮੈਂ ਕੋਈ ਪੰਜਾਬ ਦਾ ਮੁੱਦਾ ਨਹੀਂ ਹੈਗਾ, ਮੈਂ ਇੱਕ ਆਰਟਿਸਟ ਹਾਂ, ਹਜ਼ਾਰਾਂ ਆਰਟਿਸਟ ਹੈ ਪੰਜਾਬ ਕੋਲੇ। ਸੋ ਜਿਹੜੇ ਸਾਡੇ ਹੁਣ ਐਕਟਿਵਿਟ ਜਿਹੜੇ ਮੁੱਦੇ ਨੇ, ਜਿਹੜਾ ਪੰਜਾਬ BMB ਚੋਂ ਬਾਹਰ ਹੋਇਆ ਹੈ, ਠੀਕ ਹੈ, ਚੰਡੀਗੜ੍ਹ ਸਾਡਾ ਮੁੱਦਾ ਹੈ, SYL ਸਾਡਾ ਮੁੱਦਾ ਹੈ, ਕਿੰਨੀਆਂ ਹੀ ਚੀਜ਼ਾਂ ਨੇ ਜਿਹੜੀਆਂ ਡਿਸਕਸ ਅਸੀਂ ਕਰ ਸਕਦੇ ਹਾਂ। ਵੀ ਮੈਨੂੰ ਇਹ ਲੱਗਦਾ ਵੀ ਇੱਕ ਗੀਤ ਜਾਂ ਮੈਂ ਕੋਈ ਚਰਚਾ ਦਾ ਵਿਸ਼ਾ ਨਹੀਂ ਹੋਣੇ ਚਾਹੀਦੇ। ਤੇ ਮੂਸੇਵਾਲਾ ਨੂੰ ਜਦੋਂ ਸਵਾਲ ਸਿਆਸੀ ਭੁੱਖ ਨੂੰ ਲੈ ਕੇ ਹੋਇਆ ਤਾਂ ਅੱਗੋਂ ਜਵਾਬ ਮਿਲਿਆ ਕਿ ਰਾਜਨੀਤੀ ਦੇ ਵਿੱਚ ਸਮਾਜ ਸੇਵਾ ਲਈ ਆਇਆ ਸੀ, ਜੋ ਅੱਗੇ ਵੀ ਜਾਰੀ ਰਹੇਗੀ। ਨਹੀਂ, ਮੈਂ ਸਮਾਜ ਸੇਵਾ 'ਚ ਐਕਟਿਵ ਜ਼ਰੂਰ ਰਹੂੰਗਾ, ਠੀਕ ਹੈ। ਮੇਰੇ ਲਈ ਕੋਈ ਰਾਜਨੀਤੀ ਮੇਰਾ ਕੋਈ ਪੇਸ਼ਾ ਨਹੀਂ। ਮੈਂ ਰਾਜਨੀਤੀ ਦੇ ਵਿੱਚ ਨਾ ਇਸ ਚੀਜ਼ ਕਰਕੇ ਆਇਆ ਸੀ ਵੀ ਮੈਂ ਕੋਈ ਕਿਸੇ ਅਹੁਦੇ ਦੀ ਭੁੱਖ ਕਰਕੇ ਆਇਆ ਸੀ। ਮੇਰਾ ਉਦੋਂ ਵੀ ਰਾਜਨੀਤੀ ਦੇ ਵਿੱਚ ਆਉਣ ਦਾ ਮਕਸਦ ਇਹ ਸੀ ਕਿ ਆਪਦੇ ਇਲਾਕੇ ਲਈ, ਆਪਦੇ ਲੋਕਾਂ ਲਈ ਕੁਝ ਨਾ ਕੁਝ ਕਰਨਾ, ਤੇ ਮੈਂ ਉਹ ਕਦੇ ਨਹੀਂ ਬੰਦ ਕੀਤਾ। ਦਰਅਸਲ ਚੋਣਾਂ ਦੇ ਵਿੱਚ ਹਾਰਨ ਤੋਂ ਬਾਅਦ 11 ਅਪ੍ਰੈਲ ਨੂੰ ਸਿੱਧੂ ਮੂਸੇਵਾਲਾ ਦਾ ਸਕੇਪਗੋਟ ਗੀਤ ਰਿਲੀਜ਼ ਹੋਇਆ ਸੀ, ਜਿਸ ਦੇ ਵਿੱਚ ਮੂਸੇਵਾਲਾ ਨੇ ਖੂਬ ਭੜਾਸ ਕੱਢੀ ਤੇ ਲੋਕਾਂ ਨੂੰ ਸਵਾਲ ਕੀਤਾ ਕਿ ਗਦਾਰ ਕੌਣ ਹੈ। ਤੇ ਇਸੇ ਗੀਤ ਨੂੰ ਆਧਾਰ ਬਣਾਉਂਦੇ ਹੋਏ ਆਪ ਸਣੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਮੂਸੇਵਾਲਾ ਆ ਗਏ ਤੇ ਸਵਾਲ ਕਾਂਗਰਸ ਨੂੰ ਵੀ ਹੋਏ। ਤੇ 12 ਅਪ੍ਰੈਲ ਨੂੰ ਲਾਲਜੀਤ ਭੁੱਲਰ ਦਾ ਕੇਸ ਰੀਓਪਨ ਕਰਨ ਵਾਲਾ ਬਿਆਨ ਵੀ ਆ ਗਿਆ। ਖੈਰ ਕੇਸ ਮੁੜ ਖੁੱਲਦਾ ਹੈ ਜਾਂ ਨਹੀਂ, ਇਹ ਤਾਂ ਅਜੇ ਸਵਾਲ ਹੈ, ਪਰ ਮੂਸੇਵਾਲਾ ਦੀ ਜ਼ੁਬਾਨ ਤੋਂ ਰੀਓਪਨ ਸ਼ਬਦ ਜ਼ਰੂਰ ਸੁਣਨ ਨੂੰ ਮਿਲ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਸਿੱਧੂ ਮੂਸੇਵਾਲਾ ਦੀ ਮਾਨਸਾ ਸੀਟ ਤੋਂ ਹਾਰ ਹੋਈ, ਉਸ ਤੋਂ ਬਾਅਦ ਇੱਕ ਸਕੇਪਗੋਟ ਗਾਣਾ ਉਹਨਾਂ ਦੇ ਵੱਲੋਂ ਕੱਢ ਦਿੱਤਾ ਗਿਆ ਤੇ ਆਪਣੇ ਗਾਣੇ ਦੇ ਜ਼ਰੀਏ ਹਾਰ ਦੇ ਉੱਤੇ ਸਭ ਕੁਝ ਕਹਾਣੀ ਬਿਆਨ ਕਰਨ ਦੀ ਕੋਸ਼ਿਸ਼ ਹੋਈ। ਹੁਣ ਕੇਸਿਸ ਖੁੱਲਣ ਦੀ ਵਾਰੀ ਆਈ ਹੈ ਜਾਂ ਕੇਸਿਸ ਖੁੱਲਣ ਦੀ ਚਰਚਾ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗਾਣਾ ਆਪਣੇ ਪੁਰਾਣੇ ਕੇਸਾਂ ਨੂੰ ਲੈ ਕੇ ਵੀ ਸੁਣਨ ਨੂੰ ਮਿਲ ਸਕਦਾ ਹੈ। ਖੈਰ ਰੁਕ ਕਰਦੇ ਮੋਗਾ ਦਾ ਮੋਗਾ ਰੇਡ ਨੂੰ ਲੈ ਕੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਸਫਾਈ ਸਾਹਮਣੇ ਆਈ ਹੈ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਗਈ। ਇਹ ਜਿੰਪਾ ਖੁਦ ਕਹਿ ਰਹੇ ਨੇ ਤੇ ਕਿਹਾ ਕਿ ਮੈਂ ਤਹਿਸੀਲਦਾਰ ਨੂੰ ਮੌਕੇ ਤੇ ਸਸਪੈਂਡ ਕਰ ਸਕਦਾ ਸੀ, ਪਰ ਮੈਂ ਕੀਤਾ ਨਹੀਂ। ਤੇ ਸ਼ਿਕਾਇਤਕਰਤਾ ਵੀ ਮੌਕੇ ਦੇ ਉੱਤੇ ਮੌਜੂਦ ਸੀ। ਕੱਲ ਤਹਿਸੀਲਦਾਰਾਂ ਨੇ ਮੰਤਰੀ ਦੇ ਖਿਲਾਫ DC ਨੂੰ ਇੱਕ ਚਿੱਠੀ ਲਿਖੀ ਸੀ। ਸਬ ਰਜਿਸਟਰਾਰ ਨੂੰ ਸਵਾਲ ਜਵਾਬ ਜੋ ਕੀਤੇ ਗਏ ਮੀਡੀਆ ਦੇ ਸਾਹਮਣੇ, ਉਸ ਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ ਤੇ ਇਸ ਦੇ ਉੱਤੇ ਹੁਣ ਮੰਤਰੀ ਸਾਹਿਬ ਸਫਾਈ ਦੇ ਰਹੇ ਨੇ ਤੇ ਕਹਿ ਰਹੇ ਨੇ ਕਿ ਮੈਂ ਤਾਂ ਉੱਥੇ ਤਹਿਸੀਲਦਾਰ ਨੂੰ ਸਸਪੈਂਡ ਕਰ ਸਕਦਾ ਸੀ, ਪਰ ਮੈਂ ਕੀਤਾ ਨਹੀਂ।
ਜਿਹੜੇ ਅਧਿਕਾਰੀ ਕੋਤਾਹੀ ਵਰਤਦੇ ਆ ਉਹਨਾਂ ਲਈ ਚੈੱਕ ਕਰਨਾ ਕੰਪਲੇਂਟ ਦੇ ਅਧੀਨਾਂ ਦਾ ਜ਼ਰੂਰ ਕਰਨੀ ਚਾਹੀਦੀ ਹੈ। ਨਹੀਂ ਉਹ ਤਾਂ ਠੀਕ ਹੈ, ਲੇਕਿਨ ਜੇ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਐਮਐਲਏ ਹੈਗੇ ਆ, ਪੰਜਾਬ ਦੇ ਦੌਰੇ ਤੇ ਨੇ, ਬਹੁਤ ਸਾਰੇ ਡਿਪਾਰਟਮੈਂਟ ਜਿਹਦੇ ਇਨਫਰਾਸਟ੍ਰਕਚਰ ਨਹੀਂ ਹੈਗਾ, ਮੈਨ ਪਾਵਰ ਨਹੀਂ ਹੈਗੀ, ਫਿਰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਟਾਈਮ ਦੇਣਾ ਚਾਹੀਦਾ, ਜਾਂ ਤਾਂ ਸਰਕਾਰ ਪੂਰੀ ਫੈਸਿਲਿਟੀਜ਼ ਪ੍ਰੋਵਾਈਡ ਅਗਰ ਕਰੇ। ਮੈਨ ਪਾਵਰ ਹੈ ਨਹੀਂ ਤਾਂ ਕਮੀ ਤਾਂ ਪਹਿਲੀਆਂ ਸਰਕਾਰਾਂ ਦੀ ਹੈ। ਇੱਕ ਮਿੰਟ, ਨੰਬਰ 1 ਪਹਿਲੀਆਂ ਸਰਕਾਰਾਂ ਦੀ ਕਮੀ ਨੂੰ ਹੁਣ ਅਗਰ ਇਹ ਸੋਚਦੇ ਆ ਫਿਰ ਤੇ ਉੱਤੇ ਲਿਖੀਏ, ਨਾਲੇ ਇਹਦੇ ਖਿਲਾਫ ਜਿਹੜੇ ਜਿਸ ਬੰਦੇ ਨੇ ਕੰਪਲੇਂਟ ਕੀਤੀ ਇਹਦੇ ਖਿਲਾਫ ਤਾਂ ਰਿਟਨ ਕੰਪਲੇਂਟ ਹੈ, ਉਹ ਮੈਂ ਰਿਟਨ ਕੰਪਲੇਂਟ ਦੇ ਅਧੀਨ ਕਾਰਵਾਈ ਕੀਤੀ ਹੈ। ਖੈਰ ਕਮੀ ਕਿਸ ਦੀ ਸੀ, ਕਿਸ ਦੀ ਰਹੀ ਹੈ, ਇੱਕ ਵੱਡਾ ਸਵਾਲ ਜ਼ਰੂਰ ਹੈ, ਪਰ ਹੁਣ ਲੋਕ ਨਵੀਂ ਸਰਕਾਰ ਤੋਂ ਸਵਾਲ ਵੀ ਪੁੱਛਣਗੇ, ਆਉਣ ਵਾਲੇ ਸਮੇਂ 'ਚ ਰਿਪੋਰਟ ਕਾਰਡ ਵੀ।